ਬ੍ਰਹਮ ਗਿਆਨੀ ਮੁਕਤ ਜੁਗਤ ਜੀਆ ਕਾ ਦਾਤਾ। ਗੁਰਦਿੱਤ ਸਿੰਘ ਹੌਲਦਾਰ ਨੂੰ ਗਿਆਨ ਯੋਗ ਦਾ ਉਪਦੇਸ਼। ਕਟਾਰੀ ਪਿੰਡ ਦਾ ਗੁਰਦਿੱਤ ਸਿੰਘ ਫੌਜੀ, ਜੋ 14 ਨੰਬਰ ਪਲਟਨ ਵਿੱਚ ਨੌਕਰ ਸੀ, ਜਿਸ ਦੀ 1914 ਦੀ ਜੰਗ ਸਮੇਂ 15 ਰੁਪਏ ਹੌਲਦਾਰੀ ਪੈਨਸ਼ਨ ਹੋ ਗਈ, ਇਸ ਦਾ ਇੱਕ ਲੜਕਾ ਤੇ ਇੱਕ ਲੜਕੀ ਬੀਬੀ ਗੁਰਦਿਆਲ ਕੌਰ ਸੀ ਅਤੇ ਲੜਕਾ ਹਰਬਖਸ਼ ਸਿੰਘ ਜਦੋਂ 12 ਸਾਲ ਦੀ ਉਮਰ ਦਾ ਹੋਇਆ ਤਾਂ ਉਸ ਨੂੰ ਈਸ਼ਵਰੀ ਨੇਤ ਅਨੁਸਾਰ ਚੜ੍ਹਦੀ ਜਵਾਨੀ ਵਿੱਚ ਕਾਲ ਨੇ ਕਾਬੂ ਕਰ ਲਿਆ, ਭਾਵ ਉਹ ਮਰ ਗਿਆ। ਬਸ ਫਿਰ ਕੀ ਸੀ, ਇਸ ਦੀ ਮੌਤ ਨੇ ਤਾਂ ਵਿਚਾਰੇ ਬੁੱਢੇ ਦਾ ਲੱਕ ਦੂਰਾ ਕਰ ਦਿੱਤਾ। ਹੌਲਦਾਰ ਦਾ ਮਨ ਪਾਗਲਾਂ ਸਮਾਨ ਹੋ ਗਿਆ। ਹਰ ਰੋਜ਼ ਉਸ ਦੀ ਮੜੀ ਤੇ ਜਾ ਕੇ ਦੁੱਧ ਪਾਇਆ ਕਰੇ, ਰੋਟੀ ਰੱਖਿਆ ਕਰੇ, ਪਾਸ ਬੈਠ ਕੇ ਗੱਲਾਂ ਕਰਿਆ ਕਰੇ। ਜਦੋਂ ਉਸ ਪਾਸੇ ਉੱਤਰ ਨਾ ਆਵੇ ਤਾਂ ਉਹਨਾਂ ਇੱਟਾਂ ਨਾਲ ਆਪਣਾ ਮੱਥਾ ਮਾਰੇ। ਉਹਨਾਂ ਨੂੰ ਚੁੰਮਦਾ। ਲੋਕੀ ਦੀਵਾਨਾ ਪਾਗਲ ਆਖਦੇ, ਪਰ ਉਸ ਨੂੰ ਦੁਨੀਆ ਨਾਲ ਕੀ ਸੀ। ਹਰ ਸਮੇਂ ਚਿੰਤਾ, ਫਿਕਰ ਤੇ ਸ਼ੋਕ ਵਿੱਚ ਗੁਲਤਾਨ ਰਹੇ। ਇਹਨਾਂ ਦੁੱਖਾਂ ਤੇ ਕਾਬੂ ਪਾਉਣ ਵਾਸਤੇ ਸ਼ਰਾਬ ਦੀ ਨਾਮੁਰਾਦ ਮਰਜ਼ ਦਾ ਮਰੀਜ਼ ਬਣ ਗਿਆ। ਪਰ ਇਹ ਵੀ ਆਰਜੀ ਤੌਰ ਤੇ ਕੁਝ ਸਮੇਂ ਲਈ ਦੁੱਖਾਂ ਤੋਂ ਛੁਟਕਾਰਾ ਦਵਾ ਸਕਦੀ ਸੀ। ਨਸ਼ਾ ਉਤਰ ਗਿਆ, ਫਿਰ ਉਹੋ ਹੀ ਹਾਲ। ਜ਼ਿੰਦਗੀ ਚੰਗੀ ਨਾ ਲੱਗੇ, ਸੰਸਾਰ ਤੋਂ ਉਪਰਾਮ ਰਿਹਾ ਕਰੇ। ਸਮਾਂ ਪਾ ਕੇ ਆਗਰੇ ਜਾਣ ਵਾਲੇ ਕਿਸੇ ਰਾਧਾ ਸਵਾਮੀ ਮੱਤ ਦੇ ਮਹਾਂਪੁਰਸ਼ ਦੀ ਸੰਗਤ ਹੋ ਗਈ। ਉਸ ਨੇ ਇਸ ਨੂੰ ਬਾਹਜ ਮੁਖ ਤੋਂ ਅੰਤਰਮੁਖ ਕਰ ਦਿੱਤਾ। ਸਵਾਸਾਂ ਨੂੰ ਰੋਕ ਕੇ ਗੁਰ ਸ਼ਬਦ ਦਾ ਅਭਿਆਸ ਕਰੇ। ਸਵਾਸਾਂ ਦੀ ਗਰਮੈਸ਼ ਨੇ ਤਰਕੁੱਟੀ ਖੁੱਲਣ ਕਰਕੇ ਅੰਦਰ ਰੌਸ਼ਨੀ ਹੋਣ ਲੱਗ ਪਈ। ਅਨਹਦ ਧੁਨੀ ਸੁਣੇ, ਸੰਖ ਤੇ ਬੀਣਾ ਦੀ ਆਵਾਜ਼ ਆਵੇ, ਤਾਰਿਕਾ ਮੰਡਲ ਹੇਠਾਂ ਤੇ ਧਰਤੀ ਉੱਪਰ ਨੂੰ ਜਾਂਦੀ ਪ੍ਰਤੀਤ ਹੋਵੇ। ਜਿੱਥੇ ਇਸ ਨੂੰ ਇਹ ਰੌਸ਼ਨੀਆਂ ਦਿਖਾਈ ਦਿੱਤੀਆਂ ਅਤੇ ਨਾਲ ਹੀ ਉੱਥੇ ਬਾਜੇ ਵੀ ਸੁਣਾਈ ਦਿੱਤੇ। ਪਹਿਲਾ ਸਥਾਨ ਹੈਗਾ ਤ੍ਰਿਕੁਟੀ ਸਹੰਸ ਦਲ ਕਮਲ। ਉੱਥੇ ਸ਼ਬਦ ਵੱਜਦਾ ਜੋਤ ਨਿਰੰਜਨ, ਪ੍ਰਕਾਸ਼ ਹੈਗਾ ਦੀਵੇ ਵਰਗਾ, ਬਾਜੇ ਵੱਜਦੇ ਆ ਸੰਖ ਤੇ ਘੜਿਆਲ। ਦੂਸਰਾ ਸਥਾਨ ਹੈਗਾ ਸੁੰਨ ਗੁਫਾ। ਉੱਥੇ ਓਂਕਾਰ ਦਾ ਸ਼ਬਦ ਹੋ ਰਿਹਾ, ਪ੍ਰਕਾਸ਼ ਹੈਗਾ ਦੂਜ ਦੇ ਚੰਦਰਮਾ ਤਾਰੇ ਵਰਗਾ, ਬਾਜੇ ਵੱਜਦੇ ਆ ਮਰਦੰਗ ਤੇ ਬਬੀਹਾ। ਬਬਰ ਗੁਫਾ, ਉੱਥੇ ਸੋਹੰਗ ਦਾ ਸ਼ਬਦ ਗੂੰਜ ਰਿਹਾ, ਪੂਰਨਮਾਸ਼ੀ ਦੇ ਚੰਦ ਵਰਗਾ ਪ੍ਰਕਾਸ਼ ਆ, ਸਾਰੰਗੀ ਵੱਜ ਰਹੀ ਸੁਣਾਈ ਦਿੰਦੀ ਆ ਉੱਥੇ। ਚੌਥਾ ਸਥਾਨ ਆ 10ਵਾਂ ਦੁਆਰ। ਉੱਥੇ ਸਤਨਾਮ ਸ਼ਬਦ ਦਾ ਉਚਾਰਨ ਹੋ ਰਿਹਾ, ਪ੍ਰਕਾਸ਼ ਸੂਰਜ ਦੇ ਪ੍ਰਕਾਸ਼ ਵਰਗਾ, ਉੱਥੇ ਬੀਨ ਸੁਣਾਈ ਦਿੰਦੀ ਆ। ਪੰਜਵਾਂ ਸਥਾਨ ਹੈਗਾ ਅਨਾਮੀ। ਉੱਥੇ ਰਾਰੰਕਾਰ ਦਾ ਸ਼ਬਦ ਗੂੰਜ ਰਿਹਾ, ਹਜ਼ਾਰਾਂ ਸੂਰਜਾਂ ਦਾ ਚਾਨਣਾ ਤੇ ਬੰਸਰੀ ਦੀ ਆਵਾਜ਼ ਸੁਣਾਈ ਦਿੰਦੀ ਆ। ਇਉਂ ਜਿਤਨਾ ਚਿਰ ਬਿਰਤੀ ਅੰਤਰਮੁਖ ਰਹਿੰਦੀ, ਮਨ ਸ਼ਾਂਤ ਰਹੇ। ਬਾਝ ਬਿਰਤੀ ਦੇ ਆਇਆ ਫਿਰ ਉਹੀ ਹਾਲ, ਮਨ ਦੀ ਸ਼ਾਂਤੀ ਤੇ ਕਲਪਨਾ। ਉਮਰ ਵੱਡੀ ਹੋਣ ਕਰਕੇ ਦਿਮਾਗ ਨੂੰ ਚੱਕਰ ਆਉਣ ਲੱਗ ਪਏ। ਇਹੋ ਜਿਹਾ ਟਿਕਾਓ ਕਾਫੀ ਸਮਾਂ ਬਣਿਆ ਰਿਹਾ। ਫਿਰ ਇੱਕਦਮ ਅੰਦਰੋਂ ਲਾਈਟ ਬੰਦ ਹੋ ਗਈ। ਪਹਿਲਾਂ ਵਾਂਗ ਉਸ ਨੂੰ ਦੇਖਣ ਵਾਸਤੇ ਬੜੇ ਯਤਨ ਕੀਤੇ, ਪਰ ਫਿਰ ਉਹੋ ਜਿਹਾ ਪ੍ਰਕਾਸ਼ ਨਾ ਹੋਇਆ। ਮਨ ਦੀ ਭਟਕਣਾ ਹੋਰ ਵੱਧ ਗਈ। ਕਿਸੇ ਪੂਰਨ ਅਵਸਥਾ ਵਾਲੇ ਮਹਾਂਪੁਰਖ ਦੀ ਸੰਗਤ ਨਹੀਂ ਸੀ ਕੀਤੀ, ਜਿਸ ਕਰਕੇ ਬਿਰਤੀ ਅੱਧ ਵਾਟਿਆਂ ਹੀ ਟੁੱਟ ਗਈ। ਉਪਰੰਤ ਕਈ ਪ੍ਰਸਿੱਧ ਵਿਅਕਤੀਆਂ ਪਾਸ ਗਿਆ, ਪਰ ਇਸ ਦੇ ਅੰਦਰਲੇ ਭੇਦਾਂ ਦਾ ਜਾਣੂ ਕੋਈ ਨਾ ਮਿਲ ਸਕਿਆ, ਜਿਸ ਕਰਕੇ ਕਿਸੇ ਤੇ ਮਨ ਦੀ ਸ਼ਰਧਾ ਨਾ ਬੱਝੀ। ਰਿਹੋ ਸੰਤ ਹਉ ਟੋਲ, ਸਾਧ ਬਹੁ ਤੇਰੇ ਡਿਠੇ। ਪੰਨਾ 1395। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਅਖੀਰ ਨੂੰ ਆਪਣੇ ਪਿੰਡ ਕਟਾਰੀ ਵਾਲੇ ਸਰਦਾਰ ਹਜੂਰਾ ਸਿੰਘ ਨੂੰ ਸਾਰੀ ਵਾਰਤਾ ਦੱਸੀ। ਉਸ ਨੇ ਇਸ ਨੂੰ ਪ੍ਰੇਰ ਕੇ ਕਰਮਸਰ ਲੈ ਆਂਦਾ। ਭਾਵੇਂ ਨਜ਼ਦੀਕ ਹੋਣ ਕਰਕੇ ਇਸ ਧਰਤੀ ਦੇ ਪਹਿਲਾਂ ਵੀ ਬਹੁਤ ਵਾਰ ਦਰਸ਼ਨ ਕੀਤੇ ਸਨ, ਪਰ ਉਹਨਾਂ ਦਰਸ਼ਨਾਂ ਦੇ ਤੇ ਅੱਜ ਦੇ ਦਰਸ਼ਨਾਂ ਵਿੱਚ ਜਿਮੀ ਸਮਾਨ ਦਾ ਫਰਕ ਸੀ। ਛੋਟੇ ਸੰਤ ਜੀ ਨੂੰ ਮਿਲ ਕੇ ਨਮਸਕਾਰ ਕਰਕੇ ਸਾਰੀ ਵਾਰਤਾ ਦੱਸੀ, ਭਾਵ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਨੂੰ। ਉਹਨਾਂ ਦੀ ਸਿਫਾਰਿਸ਼ ਨਾਲ ਵੱਡੇ ਮਹਾਂਪੁਰਖਾਂ ਦੇ ਪਾਸ ਪੁੱਜੇ, ਭਾਵ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ। ਇਹ 1934 ਈਸਵੀ ਦਾ ਸਮਾਂ ਸੀ। ਭਾਵਨਾ ਨਾਲ ਮੱਥਾ ਟੇਕ ਕੇ ਆਦ ਤੋਂ ਅੰਤ ਤੱਕ ਪਹਿਲੀ ਤੇ ਪਿਛਲੀ ਸਾਰੀ ਵਾਰਤਾ ਦੱਸੀ। ਹਜ਼ੂਰ ਨੇ ਚੰਗਾ ਅਧਿਕਾਰੀ ਜਾਣਿਆ, ਨਾਲ ਹੀ ਦਿਮਾਗ ਦੀ ਕਮਜ਼ੋਰੀ ਤੇ ਬੁਢੇਪਾ ਅਨੁਭਵ ਕੀਤਾ। ਉਸ ਸਮੇਂ ਸਵਾਸ ਰੋਕ ਕੇ ਸਿਮਰਨ ਕਰਨ ਤੋਂ ਹਟਾ ਕੇ ਸਹਿਜ ਯੋਗ ਵਿੱਚ ਜੋੜ ਦਿੱਤਾ। ਹਿਰਦਾ ਸ਼ੁੱਧ ਸੀ। ਆਉਂਦੇ ਜਾਂਦੇ ਸਵਾਸ ਨਾਲ ਸਿਮਰਨ ਕਰਨ ਲੱਗਾ, ਜੋ ਥੋੜ੍ਹੇ ਸਮੇਂ ਵਿੱਚ ਹੀ ਹਰ ਸਮੇਂ ਨਿਰਯਤਨ ਆਪੇ ਹੀ ਹੋਈ ਜਾਣ ਲੱਗ ਪਿਆ। ਪਹਿਲਾਂ ਵਾਂਗ ਰੌਸ਼ਨੀ ਹੋਣ ਲੱਗੀ, ਪਰ ਉਹ ਹੁਣ ਇਸ ਟਿਕਾਊ ਵਿੱਚ, ਭਾਵ ਟਿਕੇ ਹੋਏ ਮਨ ਦੇ ਵਿੱਚ ਚੰਗੀ ਨਾ ਲੱਗੇ। ਸਹਿਜ ਅਵਸਥਾ 'ਚ ਭਾਵ ਸੋਹਣੀ ਅਵਸਥਾ ਪ੍ਰਾਪਤ ਹੋ ਗਈ। ਦੁਬਾਰਾ ਅੰਮ੍ਰਿਤਪਾਨ ਕੀਤਾ ਤੇ ਪੰਜਾਂ ਬਾਣੀਆਂ ਦਾ ਨਿਤਨੇਮ ਵੀ ਕਰਨ ਲੱਗ ਪਿਆ। ਇਸ ਤਰ੍ਹਾਂ ਅਭਿਆਸ ਕਰਦਿਆਂ ਕਈ ਸਾਲ ਲੰਘ ਗਏ। ਰੋਜ਼ ਸਵੇਰੇ ਜਾਗਣਾ, ਇਸ਼ਨਾਨ ਉਪਰੰਤ ਗੁਰੂ ਸ਼ਬਦ ਦਾ ਜਾਪ ਤੇ ਫਿਰ ਦਿਨ ਚੜ੍ਹੇ ਗੁਰਬਾਣੀ ਦਾ ਪਾਠ, ਉਪਰੰਤ ਉੱਠਦੇ ਬੈਠਦੇ ਵਾਹਿਗੁਰੂ ਸ਼ਬਦ ਦੀ ਲਿਵ ਜਾਰੀ ਰੱਖਣੀ। ਜਿੱਥੇ ਹਜ਼ੂਰ ਨੇ ਨਾਮ ਅੰਮ੍ਰਿਤ ਦੀ ਵਰਖਾ ਕਰਨੀ, ਭਾਵ ਜਿੱਥੇ ਵੀ ਮਹਾਰਾਜ ਦਾ ਦੀਵਾਨ ਲੱਗਣਾ, ਹਰ ਇੱਕ ਜਗ੍ਹਾ ਦੀਵਾਨ ਸੁਣਨ ਜਾਂਦਾ।
ਇੱਕ ਵੇਰਾ ਇਸਨੇ ਅਰਜ਼ ਕੀਤੀ, ਮਹਾਰਾਜ, ਅੰਮ੍ਰਿਤ ਵੇਲੇ ਸਿਮਰਨ ਵਿੱਚ ਬੈਠਿਆਂ ਜਾਂ ਰਾਤ ਨੂੰ ਕਥਾ ਕੀਰਤਨ ਦੇ ਸਮੇਂ ਮਨ ਨੂੰ ਕੋਈ ਅਲੌਕਿਕ ਜਿਹਾ ਸੁੱਖ ਪ੍ਰਤੀਤ ਹੁੰਦਾ ਹੈ। ਉਸ ਸੁੱਖ ਵਿੱਚ ਲੀਨ ਹੋਇਆ ਸਿਮਰਨ ਵੀ ਹੋਈ ਜਾਂਦਾ ਹੈ ਅਤੇ ਨਾਲ ਸੂਖਮ ਜਿਹੀ ਨੀਂਦ ਵੀ ਆ ਜਾਂਦੀ ਹੈ। ਕਥਾ ਕੀਰਤਨ ਦੀ ਸਮਝ ਪਹਿਲਾਂ ਵਾਂਗ ਉਸੇ ਤਰ੍ਹਾਂ ਹੀ ਆਈ ਜਾਂਦੀ ਹੈ। ਇਸ ਤੋਂ ਕਿਵੇਂ ਬਚਿਆ ਜਾਵੇ? ਸੰਤ ਜੀ ਮਹਾਰਾਜ ਕਹਿਣ ਲੱਗੇ, ਬਾਬਾ, ਮਨ ਦੀਆਂ 5 ਅਵਸਥਾਵਾਂ ਹਨ। ਯਥਾ, ਪਹਿਲੀ ਖਿਆਪਤ, ਦੂਜੀ ਵਿਖਿਆਪਤ, ਤੀਸਰੀ ਮੂੜ, ਚੌਥੀ ਅਨੁਰੁੱਧ, ਪੰਜਵੀਂ ਇਕਾਗਰ। ਜਦੋਂ ਮਨ ਸ਼ਬਦ, ਸਪਰਸ਼ ਆਦਿਕ ਵਿਸ਼ਿਆਂ ਦਾ ਆਕਾਰ ਹੋ ਕੇ ਹਰ ਸਮੇਂ ਚਿਤਵਨੀ ਕਰਦਾ ਰਹਿੰਦਾ ਹੈ, ਉਸ ਨੂੰ ਖਿਆਪਤ ਕਹਿੰਦੇ ਹਨ। ਭਾਵ ਵਿਸ਼ੇ ਵਿਕਾਰਾਂ ਦੇ ਵਿੱਚ ਜਦੋਂ ਬਿਰਤੀ ਰਹੇ ਤਾਂ ਉਹਨੂੰ ਖਿਆਪਤ ਅਵਸਥਾ ਕਹਿੰਦੇ ਹਨ। ਦੂਸਰੀ, ਜਦੋਂ ਕਦੇ ਮਨ ਪਦਾਰਥਾਂ ਵੱਲ ਜਾਵੇ, ਕਦੇ ਅੰਦਰ ਪ੍ਰਭੂ ਦਾ ਚਿੰਤਨ ਕਰੇ, ਇਹਨਾਂ ਦੋਹਾਂ ਹਾਲਤਾਂ ਦਾ ਨਾਮ ਵਿਖਿਆਪਤ ਹੈ। ਕਦੇ ਉੱਧਰ ਕਦੇ ਉੱਧਰ, ਹੈ ਨਾ। ਜਦੋਂ ਮਨ ਕਿਸੇ ਵਿਚਾਰ ਤੇ ਬਚਨਾਂ ਨੂੰ ਸੁਣ ਕੇ ਸਮਝਣ ਤੋਂ ਸਮਰੱਥ ਹੋਵੇ, ਉਸ ਵਿੱਚ ਲੈਤਾ ਵੀ ਹੁੰਦੀ ਹੈ। ਜਦੋਂ ਮਨ ਅਚੇਤ ਹੋ ਕੇ ਨਿੰਦਰਾ ਦੇ ਵਸੀਕਾਰ ਹੋ ਜਾਵੇ, ਭਾਵ ਉਸ ਵਿੱਚ ਲੀਨ ਹੋਵੇ, ਇਹ ਮੂੜ ਅਵਸਥਾ ਹੈ। ਚੌਥੀ, ਜਦੋਂ ਮਨ ਨੂੰ ਸਾਵਧਾਨ ਹੋ ਕੇ ਬਾਹਜ ਪਦਾਰਥਾਂ ਤੋਂ ਬਾਰੰਬਾਰ ਰੋਕ ਕੇ ਅੰਤਰਮੁਖ ਕਰਨ ਦਾ ਅਭਿਆਸ ਕਰੇ ਅਤੇ ਆਪਣੇ ਸਰੂਪ ਦਾ ਆਨੰਦ ਮਾਣੇ, ਇਸ ਦਾ ਨਾਮ ਅਨੁਰੁੱਧ ਅਵਸਥਾ ਹੈ। ਪੰਜਵੀਂ, ਜਦੋਂ ਮਨ ਕਿਸੇ ਯਤਨ ਕੀਤੇ ਬਗੈਰ ਹੀ ਪੂਰਨ ਇਕਾਗਰਤਾ ਨੂੰ ਪ੍ਰਾਪਤ ਹੋ ਜਾਵੇ, ਇਹ ਮਨ ਦੀ ਪਰਮ ਆਨੰਦ ਇਕਾਗਰ ਅਵਸਥਾ ਹੈ। ਖਿਆਪਤ ਪਾਮਰ ਦੀ ਅਵਸਥਾ ਹੈ, ਜਿਹੜੀ ਪਹਿਲੀ ਆ। ਵਿਸ਼ਿਆਂ ਦਾ ਮਤਲਬ ਵਿਸ਼ਿਆਂ ਦੇ ਵਿੱਚ ਹੀ ਮਨ ਜਿਹਦਾ ਭੱਜਿਆ ਫਿਰਦਾ। ਜਿੱਥਾਂ ਅੱਖੀਂ ਮੀਟ ਪਵਾਰ ਗਿਆ, ਗੁਰੂ ਗ੍ਰੰਥ ਸਾਹਿਬ ਦਾ ਰੈਫਰੈਂਸ ਦਿੱਤਾ ਇਹਨਾਂ ਨੇ, ਲੇਖਕ ਨੇ। ਦੂਸਰੀ ਹੈਗੀ ਮੂੜ, ਇਹ ਵਿਖਈ ਦੀ ਅਵਸਥਾ ਹੈ। ਇੱਥੇ ਭੋਗਾਂ ਵਿੱਚ ਪ੍ਰਵਿਰਤ ਹੋਣਾ ਅਤੇ ਅੱਗੇ ਸੁੱਖ ਵਾਸਤੇ ਪੁੰਨ ਕਰਨੇ। ਮੂੜ, ਹੈ ਨਾ, ਜਿਹੜੀ ਮੂੜ ਦੂਸਰੀ ਅਵਸਥਾ। ਖਾਧਾ ਹੋਇਆ ਸੁਆਹ ਵੀ ਖਾਣੇ ਸਿਓ ਦੋਸਤੀ, ਗੁਰਬਾਣੀ ਦਾ ਕਿਸੇ ਗ੍ਰੰਥ ਦੇ ਵਿੱਚੋਂ ਰੈਫਰੈਂਸ ਦਿੱਤਾ ਇਹਨਾਂ ਨੇ। ਵਿਖਿਆਪਤ ਤੀਸਰੀ ਅਵਸਥਾ, ਇਹ ਜਗਿਆਸੂ ਦੀ ਅਵਸਥਾ ਹੈ। ਸੰਸੇ ਵਿੱਚ ਬਿਰਤੀ ਰਹਿਣੀ ਕਿ ਭਜਨ ਕਰਾਂ ਕਿ ਸੇਵਾ ਕਰਾਂ, ਹੈ ਨਾ। ਜਿੱਥਾ ਗੋਥੇ ਖਾਹੇ ਨਾ ਨਿਕਲੇ, ਪੰਨਾ 146। ਅਨੁਰੁੱਧ ਚੌਥੀ ਅਵਸਥਾ ਜਿਹੜੀ ਹੈ ਜੋਗੀ ਦੀ ਅਵਸਥਾ ਹੈ। ਜਿਤਨਾ ਚਿਰ ਦਸਮ ਦੁਆਰ ਵਿੱਚ ਬਿਰਤੀ ਰਹਿਣੀ, ਉਤਨਾ ਚਿਰ ਆਨੰਦ ਪ੍ਰਾਪਤ ਹੋਣਾ। ਉਥਾਨ ਹੋਣ ਤੋਂ ਵਿਸ਼ੇ ਵਿੱਚ ਪ੍ਰਵਿਰਤ ਹੋ ਜਾਣਾ, ਫਿਰ ਉਹੀ ਸੰਕਲਪ ਵਿਕਲਪ। ਪੰਜਵੀਂ ਇਕਾਗਰ ਆ, ਇਹ ਗਿਆਨਵਾਨ ਜੀਵਨ ਮੁਕਤ ਦੀ ਅਵਸਥਾ ਹੈ। ਭਾਵ ਹਰ ਸਮੇਂ ਇੱਕੋ ਆਤਮ ਸਰੂਪ ਵਿੱਚ ਬਿਰਤੀ ਜੁੜੀ ਰਹਿਣੀ। ਇਸੇ ਤਰ੍ਹਾਂ ਮਨ ਦੀਆਂ 5 ਹੀ ਬਿਰਤੀਆਂ ਵੀ ਹਨ। ਪਹਿਲੀਆਂ ਅਵਸਥਾਵਾਂ ਸੀ 5, ਹੁਣ 5 ਬਿਰਤੀਆਂ ਦਾ ਜ਼ਿਕਰ ਕਰ ਰਹੇ ਨੇ। ਪਹਿਲੀ ਪ੍ਰਮਾਣ, ਦੂਜੀ ਵਿਪਰਜੇ, ਤੀਸਰੀ ਨਿੰਦਰਾ, ਚੌਥੀ ਵਿਕਲਪ, ਪੰਜਵੀਂ ਸਮ੍ਰਿਤੀ। ਪਹਿਲੀ ਪ੍ਰਮਾਣ, ਮਨ ਦੇ ਦਿਸਣ ਵਾਲੀਆਂ ਚੀਜ਼ਾਂ ਵਿੱਚ ਹੀ ਹਮੇਸ਼ਾ ਪਰਚੇ ਰਹਿਣਾ, ਇਹਨੂੰ ਪ੍ਰਮਾਣ ਬਿਰਤੀ ਕਹਿੰਦੇ ਨੇ। ਇਸ ਦੀ ਨਿਵਰਤੀ ਮਨ ਨੂੰ ਸੰਬੋਧਨ ਕਰਨਾ, ਮਨ ਨੂੰ ਸਮਝਾਉਣਾ। ਭਾਵ ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਜੋ ਦੇਖ ਰਿਹਾ ਮਨਾ, ਇਹ ਸਭ ਮਿਥਿਆ ਹੈ। ਤਥਾ ਦ੍ਰਿਸ਼ਟਮਾਨ ਸਭ ਬਿਨਸੀਏ, ਕਿਆ ਲਗੇ ਗਵਾਰ, ਕਿਉਂ ਮੂਰਖ ਮਨਾ, ਜਿਹਨੇ ਬਿਨਸ ਜਾਣ ਵਾਲੇ ਦ੍ਰਿਸ਼ਟਮਾਨ ਦੇ ਵਿੱਚ ਲੱਗਿਆ। ਇਹ ਹੈਗਾ ਪੰਨਾ 808। ਅਥਵਾ ਦ੍ਰਿਸ਼ਟਿਓ ਕਛ ਸੰਗ ਨਾ ਜਾਏ, ਮਾਨ ਤਿਆਗ ਮੋਹਾ, ਪੰਨਾ 1230। ਦੂਸਰੀ ਬਿਰਤੀ ਦਾ ਨਾਮ ਹੈਗਾ ਵਿਪਰਜੇ। ਵੇਦ ਸ਼ਾਸਤਰ ਗੁਰੂ ਦੀ ਆਗਿਆ ਤੋਂ ਉਲਟ ਸੁਭਾਅ, ਸਾਰੇ ਜਗਤ ਨੂੰ ਸੱਤ ਜਾਣਨਾ, ਬ੍ਰਹਮ ਨੂੰ ਅਸਤ ਜਾਣਨਾ। ਇਸ ਦੀ ਨਿਵਰਤੀ, ਇਹ ਜਗ ਧੂਏ ਕਾ ਪਹਾੜ, ਤੈਂ ਸਾਚਾ ਮਾਨਿਆ ਕਹਿ ਵਿਚਾਰ। ਇਹ ਨਿਸ਼ਚਾ ਕਰਾਉਣਾ, ਦ੍ਰਿੜ ਕਰਨਾ, ਬਾਰ-ਬਾਰ ਅਭਿਆਸ ਕਰਕੇ। ਤੀਸਰੀ ਨਿੰਦਰਾ, ਪ੍ਰਤੱਖ ਨੀਂਦ ਆ ਜਾਣੀ ਅਥਵਾ ਜਾਗਰਤ ਸੁਪਨ ਦਾ ਅਭਾਵ, ਸੁਖੋਪਤ ਅਵਸਥਾ ਵਿੱਚ ਮਨ ਬੁੱਧ ਅਵਿਦਿਆ ਵਿਖੇ ਲੀਨ ਹੋ ਜਾਣਾ। ਇਸ ਦੀ ਨਿਵਰਤੀ, ਪਰਮੇਸ਼ਰ ਦੇ ਪਿਆਰੇ ਅੰਮ੍ਰਿਤ ਵੇਲੇ ਜਾਗ ਕੇ ਜੁੜਦੇ ਹਨ। ਤੂੰ ਵੀ ਪਰਮੇਸ਼ਰ ਦੀ ਭਗਤੀ ਕਰ, ਮਨ ਨੂੰ ਕਹਿੰਦੇ ਨੇ ਆਪਦੇ ਆਪ ਨੂੰ। ਭਿੰਨੀ ਰੈਣੜੀਏ ਚਮਕਣ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਰਾਮ ਪਿਆਰੇ ਸਦਾ ਜਾਗੇ, ਨਾਮ ਸਿਮਰੇ ਅੰਦਨੋ। ਪੰਨਾ ਹੈਗਾ ਇਹ 459। ਚੌਥਾ ਵਿਕਲਪ ਬਿਰਤੀ ਹੈ ਮਨ ਦੀ ਬਿਰਤੀ ਇਕਾਗਰ ਨਾ ਹੋ ਸਕਣੀ। ਹਰ ਸਮੇਂ ਘਾਲਣਾ ਥੋੜ੍ਹੀ ਅਤੇ ਫਲ ਦੀ ਇੱਛਾ ਬਹੁਤ ਕਰਨੀ। ਜਿੱਥੇ ਸੇਵਾ ਥੋੜ੍ਹੀ, ਮੰਗਣ ਬਹੁਤਾ। ਇਸ ਦੀ ਨਿਵਰਤੀ, ਫਲ ਦੀ ਇੱਛਾ ਛੱਡ ਕੇ ਸੇਵਾ ਤੇ ਸਿਮਰਨ ਵਿੱਚ ਲੱਗੇ ਰਹਿਣਾ। ਸੇਵਾ ਕਰਤ ਹੋਏ ਨਹਿਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਪੰਜਵੀਂ ਸਮ੍ਰਿਤੀ, ਭਜਨ ਸਿਮਰਨ ਦੇ ਸਮੇਂ
ਸਮਾਧੀ ਵਿੱਚ ਬੈਠਿਆਂ ਪਿਛਲੇ ਕੰਮਾਂ ਨੂੰ ਚੇਤੇ ਕਰੀ ਜਾਣਾ। ਨਿਵਰਤੀ ਕੀ ਹੈ ਇਹਦਾ ਸਾਧਨ? ਮਨ ਦੀ ਮਤ ਦਾ ਤਿਆਗ, ਗੁਰਮਤਿ ਦਾ ਗ੍ਰਹਿਣ ਕਰਨਾ। ਮਨ ਕੀ ਮਤ ਤਿਆਗੋ ਹਰ ਜਨਾ, ਇਹ ਬਾਤ ਕਠੈਨੀ। ਪੰਨਾ ਹੈਗਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇਹ 800। ਅਥਵਾ ਜੋ ਬਣਨੀ ਸੋ ਬਣ ਰਹੀ, ਜੋ ਬਣੀ ਸੋ ਬਣੀ। ਅਣਬਣਨੀ ਦੇ ਬਣਨ ਮੇ ਪਚ ਪਚ ਮੋਈ ਘਨੀ। ਜੋ ਪੂਰੇ ਪੂਰੀ ਕਰੀ, ਘਟਤ ਨਾ बढ़त ਕਨੀ। ਅਣਬਣਨੀ ਜੋ ਚਿਤਵਤੇ, ਤਿਨ ਕੀ ਤੁਛ ਮਨੀ। ਹਜ਼ੂਰ ਦੀ ਰਸਨਾ ਤੋਂ ਉਪਦੇਸ਼ ਪ੍ਰਾਪਤ ਕਰਕੇ ਮਨ ਦੀ ਸ਼ਾਂਤੀ ਤੇ ਪੂਰਨ ਇਕਾਗਰਤਾ ਵਾਸਤੇ ਪਹਿਲਾਂ ਇਸ ਨੇ ਬੜਾ ਹਠ ਕੀਤਾ। ਰਾਤ ਦਿਨ ਦੇ 24 ਘੰਟਿਆਂ ਤੋਂ ਕੇਵਲ 3 ਘੰਟੇ ਹੀ ਆਰਾਮ ਕਰਨਾ ਤੇ 21 ਘੰਟੇ ਸਿਮਰਨ ਵਿੱਚ ਜੁੜਨਾ। ਸਰੀਰ ਕ੍ਰਿਸ ਹੋ ਗਿਆ, ਵਾਹ ਜੀ ਵਾਹ। ਪਰ ਮਨ ਦਾ ਪ੍ਰੇਮ ਪ੍ਰਬਲ ਹੋ ਆਇਆ। ਇੱਥੋਂ ਤੱਕ ਅਵਸਥਾ ਚੜ੍ਹ ਗਈ ਕਿ ਆਪਣੇ ਆਪ ਦੀ ਸੰਭਾਲ ਨਾ ਰਹੀ। ਸਿਮਰਨ ਵਿੱਚ ਬੈਠਿਆਂ ਜੇ ਕਿਸੇ ਨੇ ਪ੍ਰਸ਼ਾਦ ਵਾਸਤੇ ਆਖ ਦੇਣਾ ਤਾਂ ਉੱਠ ਕੇ ਛਕ ਲੈਣਾ। ਜੋ 8 ਪਹਿਰੀ ਛਕਦੇ ਸਨ, ਨਹੀਂ ਤਾਂ ਇੱਕ ਜਗ੍ਹਾ 2 ਦਿਨ ਹੀ ਬੈਠਿਆਂ ਨੂੰ ਬਤੀਤ ਹੋ ਜਾਂਦੇ। ਜਦੋਂ ਸੰਤ ਜੀ ਮਹਾਰਾਜ ਦੇ ਦਰਸ਼ਨਾਂ ਨੂੰ ਆਉਣਾ, ਹਜ਼ੂਰ ਦਾ ਇਹੀ ਹੁਕਮ ਹੁੰਦਾ, ਬਾਬਾ ਘੋੜੇ ਨੂੰ ਸੰਭਾਲ, ਅਜੇ ਸਫ਼ਰ ਬੜਾ ਲੰਮਾ ਹੈ। ਭਾਵ ਸਰੀਰ ਦਾ ਵੀ ਖਿਆਲ ਰੱਖਿਆ ਕਰ, ਇਸ ਤੋਂ ਕੰਮ ਵੀ ਲੈ ਤੇ ਖੁਰਾਕ ਵੀ ਖਵਾ। ਫਿਰ ਪ੍ਰੇਮ ਇਤਨਾ ਸੀ ਕਿ ਗਰਮੀ ਸਰਦੀ ਝੱਖੜ ਬਾਰਿਸ਼ ਹਰੇਕ ਜਗ੍ਹਾ ਦੀਵਾਨ ਸੁਣ ਜਾਂਦਾ। ਰੋਜ਼ ਗੁਰਦੁਆਰਾ ਸਾਹਿਬ ਦਰਸ਼ਨਾਂ ਨੂੰ ਆਉਣਾ ਪ੍ਰੇਮੀਆਂ ਦੇ ਪ੍ਰੇਮ ਦੀ ਇਕਾਇ ਅਵਸਥਾ ਹੈ। ਨਾਗਾਂ ਵਾੜ ਸਮੁੰਦ, ਘਰ ਕੇਹਰ ਖੜੇ ਬੁਕਨ। ਜੇ ਜਮ ਦਿਸੇ ਪਹਰੂ, ਪ੍ਰੇਮੀ ਚੱਲ ਮਿਲਨ। ਭਾਵ ਨਾਗਾਂ ਦੇ ਫੁੰਕਾਰਿਆਂ ਤੇ ਸਮੁੰਦਰ ਨੂੰ ਤਰ ਕੇ ਸ਼ੇਰਾਂ ਦੇ ਗਰਜਦਿਆਂ ਤੇ ਜਮਾਂ ਦੇ ਪਹਿਰੇ ਵਿੱਚੋਂ ਦੀ ਲੰਘ ਕੇ ਵੀ ਪ੍ਰੇਮੀ ਜ਼ਰੂਰ ਆਪਣੇ ਗੁਰੂ ਨੂੰ ਜਾ ਮਿਲਦੇ ਹਨ, ਕਿਉਂਕਿ ਉਹਨਾਂ ਦੀਆਂ ਅੱਖਾਂ ਸਾਹਮਣੇ ਇੱਕ ਪਿਆਰਾ ਹੀ ਦਿਸਦਾ ਹੈ। ਭਾਵੇਂ ਅੰਧੇਰੀ ਰਾਤ ਤੇ ਜ਼ੋਰ ਦੀ ਹਵਾ ਵਗੇ, ਬੱਦਲ ਦੀ ਗਰਜ, ਬਿਜਲੀ ਦੀ ਕੜਕ ਕੰਨ ਬੰਦ ਕਰਵਾ ਦਿੰਦੀ ਹੈ। ਬਘਿਆੜਾਂ ਦੀ ਹਵਾ, ਗਿੱਦੜਾਂ ਦਾ ਰੌਲਾ, ਸੂਰਾਂ ਦੀ ਘੁਰ, ਸੱਪਾਂ ਦੇ ਫੁੰਕਾਰੇ, ਪਿਲਸ਼ੀ ਕਾਹੀ ਤੇ ਸਰਕੜੇ ਦੀ ਸਾਂ ਪਿਆਰੇ ਦੇ ਮਿਲਣ ਵਾਲੇ ਪ੍ਰੇਮੀਆਂ ਦੇ ਪੰਧ ਵਿੱਚ ਰੋਕ ਨਹੀਂ ਪਾ ਸਕਦੀ। ਵਾਹਿਗੁਰੂ ਵਾਹਿਗੁਰੂ। ਜਥਾ ਸਾਗਰ ਮੇਰ ਉਦਿਆਨ, ਬਨ ਨਵ ਖੰਡ ਬਸੁੱਧਾ ਭਰਮ। ਮੁਸਨ ਪ੍ਰੇਮ ਪ੍ਰਿਮ ਕੇ ਗਨਿਓ ਏਕ ਕਰ ਕਰਮ। ਇਹ ਗੁਰਬਾਣੀ ਰੈਫਰੈਂਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਪੰਨਾ 1365। ਕਈ ਵਾਰੀ ਇਸ ਨੂੰ ਬਰਾਗਮਈ ਹਾਲਤ ਵਿੱਚ ਨਿੰਮੋ ਝੂਣਾ ਦੇਖਦੇ ਆਪ ਜੀ ਫਰਮਾਉਂਦੇ, ਬਾਬਾ ਵਿਚਾਰ ਤੋਂ ਕੰਮ ਲੈ, ਬਹੁਤਾ ਹੱਠ ਨਾ ਕਰਿਆ ਕਰ, ਕਿਉਂਕਿ ਪਰਮੇਸ਼ਰ ਦੀ ਪ੍ਰਾਪਤੀ ਦੇ 8 ਰਸਤੇ ਹਨ। ਹੁਣ ਮਹਾਰਾਜ ਨੂੰ ਉਹ 8 ਰਸਤੇ ਦੱਸਣ ਜਾ ਰਹੇ ਨੇ। ਕਿਹੜੇ ਕਿਹੜੇ ਨੇ? ਯਥਾ ਬ੍ਰਹਮ ਦ੍ਰਿਸ਼ਟੀ, ਮਿਥਯੰਤ ਦ੍ਰਿਸ਼ਟੀ ਦੂਸਰਾ। ਤੀਸਰਾ ਸਭ ਕੁਛ ਈਸ਼ਵਰ ਦੇ ਅਧੀਨ ਮੰਨਣਾ। ਚੌਥਾ ਸਭ ਕੁਛ 3 ਗੁਣਾਂ ਦੇ ਅਧੀਨ ਹੈ। ਪੰਜਵਾਂ ਸਾਰਾ ਪ੍ਰਪੰਚ ਪ੍ਰਕਿਰਤੀ ਦੇ ਅਧੀਨ ਹੈ। ਛੇਵਾਂ ਸਭ ਕੁਛ ਕਰਮਾਂ ਦੇ ਅਧੀਨ ਹੈ। ਪ੍ਰਾਰਬਧ ਤੇ ਨਿਸ਼ਚਾ ਕਰਨਾ ਵੀ ਜੋ ਮਿਲ ਗਿਆ ਠੀਕ ਆ। ਸੱਤਵਾਂ ਸਾਰੀ ਸ੍ਰਿਸ਼ਟੀ ਕਾਲ ਦੇ ਅਧੀਨ ਹੈ। ਅੱਠਵਾਂ ਸਾਰਾ ਸੰਸਾਰ ਪਰਮੇਸ਼ਰ ਦੇ ਭੈ ਵਿੱਚ ਹੈ। ਇਹ ਨਿਸ਼ਚੇ ਕਰਨਾ ਆਪਣੇ ਆਪ ਨੂੰ ਗੁਰੂ ਪਰਮੇਸ਼ਰ ਦੇ ਭੈ ਵਿੱਚ ਰੱਖਣਾ ਹੀ ਸ੍ਰੇਸ਼ਟ ਸਾਧਨ ਹੈ। ਵਾਹਿਗੁਰੂ ਵਾਹਿਗੁਰੂ। ਇਹੋ ਹੀ ਸਭ ਤੋਂ ਸ਼੍ਰੋਮਣੀ ਧਰਮ ਹੈ। ਇਹ ਵੀ ਆਪਣੇ ਆਪ ਪ੍ਰਾਪਤ ਨਹੀਂ ਹੁੰਦਾ, ਕਿਸੇ ਸਤਪੁਰਸ਼ ਦੀ ਸੰਗਤ ਦੁਆਰਾ ਹੀ ਇਸ ਨੂੰ ਜਾਗ ਲੱਗਦੀ ਹੈ। ਧਰਮ ਦੀ ਵੀ ਜਾਗ ਲਾਈ ਜਾਂਦੀ ਹੈ, ਧਰਮ ਦੀ ਵੀ ਪਿਉਂਦ ਕੀਤੀ ਜਾਂਦੀ ਹੈ, ਧਰਮ ਦੀ ਵੀ ਪਨੀਰੀ ਪੁੱਟ ਕੇ ਖੁੱਲ੍ਹੀ ਪੈਲੀ ਵਿੱਚ ਗੱਡੀ ਜਾਂਦੀ ਹੈ। ਕੋਈ ਬੀਜ ਧਰਤੀ ਤੋਂ ਬਿਨਾਂ ਨਹੀਂ ਉੱਗਦਾ, ਕੋਈ ਫਲ ਸੂਰਜ ਅਤੇ ਚੰਦ ਦੀਆਂ ਕਿਰਨਾਂ ਤੋਂ ਬਿਨਾਂ ਨਹੀਂ ਖਿੜਦਾ, ਕੋਈ ਵੀ ਕਲੀ ਆਪਣਾ ਭੋਜਨ ਸੂਰਜ ਰੇਸ਼ਮਾਂ ਦੀਆਂ ਰੰਗ ਮੁਟਕੀਆਂ ਤੋਂ ਬਿਨਾਂ ਰੰਗ ਨਹੀਂ ਸਕਦੀ, ਕੋਈ ਵੀ ਫੁੱਲ ਧਰਤੀ ਦੀ ਗੋਦੀ ਤੋਂ ਬਿਨਾਂ ਸੁਗੰਧੀ ਨਹੀਂ ਪ੍ਰਾਪਤ ਕਰ ਸਕਦਾ। ਤੈਸੇ ਹੀ ਮਹਾਤਮਾ ਦੀ ਸੰਗਤ ਤੋਂ ਬਿਨਾਂ ਜੀਵ ਅੰਦਰ ਵੀ ਧਰਮ ਦੀ ਜਾਗ ਨਹੀਂ ਲੱਗਦੀ, ਕਿਉਂਕਿ ਪਰਮੇਸ਼ਰ ਹੀ ਸੰਸਾਰ ਦੇ ਭਲੇ ਵਾਸਤੇ ਸੰਤ ਰੂਪ ਵਿੱਚ ਆਉਂਦਾ ਹੈ। ਜਿਵੇਂ ਸ਼੍ਰੀ ਮਦ ਭਾਗਵਤ ਪੁਰਾਣ ਦੇ 10ਵੇਂ ਸਕੰਦ ਵਿੱਚ ਭਗਵਾਨ ਕ੍ਰਿਸ਼ਨ ਜੀ ਊਧਵ ਪ੍ਰਤੀ ਫਰਮਾਉਂਦੇ ਹਨ, ਊਧਵ ਸੰਤ ਅਤੇ ਮੈਂ ਦੋ ਨਾਹੀ, ਮੈਂ ਹੀ ਬਸੂੰ ਸੰਤ ਰਿਦ ਮਾਹੀ। ਕਿਨਹੀ ਮਿਲੂ ਧਾਰ ਕਰ ਤਨ ਕੋ, ਮਿਲ ਕਰ ਸੁਧ ਹੋ ਤਿਨ ਕੇ ਮਨ ਕੋ। ਕਿੰਨੀ ਸੰਤ ਰੂਪ ਹੋਏ ਤਾਰਿਓ, ਸੰਤਨ ਮੋਹੇ ਅਭੇਦ ਵਿਚਾਰਿਓ। ਵੀ ਮੇਰੇ ਤੇ ਸੰਤਾਂ ਵਿੱਚ ਕੋਈ ਭੇਦ ਨਹੀਂ। ਬੇਸ਼ੱਕ ਆਪੋ ਆਪਣੇ ਵਰਨਾ ਆਸ਼ਰਮਾਂ ਦੇ ਵੱਖੋ ਵੱਖ ਧਰਮ ਹਨ,
ਪਰ ਸਭ ਦਾ ਸਾਂਝਾ ਧਰਮ ਈਸ਼ਵਰ ਚਿੰਤਨ ਤੇ ਪ੍ਰਭੂ ਪ੍ਰਾਪਤੀ ਦਾ ਇੱਕੋ ਹੀ ਹੈ। ਤਜ ਸਭ ਭਰਮ ਭਜਿਓ ਪਾਰ ਬ੍ਰਹਮ, ਕਹੋ ਨਾਨਕ ਅਟਲ ਇਹ ਧਰਮ। ਜੋਗ ਜਗ ਨਹਿਫਲ ਤੈ ਮਾਨਿਓ, ਸੋ ਪ੍ਰਭ ਜਿਸ ਬਿਸਰਾਵੇ। ਪੰਨਾ ਹੈਗਾ 831। ਗੁਰਬਾਣੀ ਇੱਕ ਨਦੀ ਦੇ ਸਮਾਨ ਹੈ। ਇਸ ਦਾ ਸ਼ਰਧਾ ਨਾਲ ਪਾਠ ਕਰਨਾ ਜਾਂ ਸੁਣਨਾ ਇਹ ਮਨ ਦੀ ਪਵਿੱਤਰਤਾ ਲਈ ਅਸਲੀ ਇਸ਼ਨਾਨ ਹੈ। ਜੋ ਸਿੱਖ ਹਮੇਸ਼ਾ ਆਪਣੇ ਗੁਰੂ ਵਿੱਚ ਪਰਮੇਸ਼ਰ ਭਾਵਨਾ ਰੱਖੇ, ਜੀਵ ਭਾਵਨਾ ਤਿਆਗੇ, ਕਿਉਂਕਿ ਜੀਵ ਅਲਪੱਗ ਹੈ ਤੇ ਪਰਮੇਸ਼ਰ ਸਰਵੱਗ ਹੈ। ਅਲਪੱਗ ਨੇ ਹੀ ਸਰਵੱਗ ਪਾਛੋਂ ਕੁਛ ਲੈਣਾ ਹੈ। ਜੋ ਆਪ ਅਲਪੱਗ ਹੈ ਉਹ ਦੂਸਰੇ ਨੂੰ ਕੀ ਦੇ ਸਕਦਾ ਹੈ? ਸਰਵੱਗ ਹੀ ਦੇ ਸਕਦਾ ਹੈ। ਅਗਲਾ ਹੈਗਾ ਨਾਮ ਦੇ ਦਾਤੇ ਗੁਰੂ ਵਿੱਚ ਪਰਮੇਸ਼ਰ ਭਾਵਨਾ ਰੱਖੋ। ਦੋਹਰਾ ਗੁਰ ਕੋ ਕੀਜੇ ਦੰਡਵਤ ਕੋਟ ਕੋਟ ਪ੍ਰਣਾਮ, ਕੀਟ ਨਾ ਜਾਣੇ ਭਰੰਗ ਕੋ ਗੁਰ ਕਰ ਲੈ ਆਪ ਸਮਾਨ। ਗੁਰ ਕੋ ਮਾਨਸ ਜਾਨ ਲੈ ਤੇ ਨਰ ਕਹੀਏ ਅੰਧ, ਹੋਏ ਦੁਖੀ ਸੰਸਾਰ में आगे जम का फंद। गुर के मानस मानते चरणा अमृत को पान, ते नर नरके जाएंगे जन्म जन्म होए स्वान। गुर बिन माला फेरते गुर बिन देते दान, गुर बिन दान हराम है जाए पुछो वेद पुराण। जैसो तैसो पात की आवे गुर की ओट, गांठी बांधी संत से ना परख्यो खर खोट। बड़े बड़ाई पाए कर रोम रोम अहंकार, ਸਤਿਗੁਰ ਕੇ ਪਰਚੇ ਬਿਨਾਂ ਚਾਰੋਂ ਵਰਨ ਚਮਾਰ। ਸਿੱਖ ਆਪਣੇ ਗੁਰੂ ਦੇ ਅਨੁਕੂਲ ਹੀ ਸੰਕਲਪ ਉਠਾਵੇ, ਉਲਟਾ ਨਾ ਉਠਾਵੇ। ਪਹਿਲਾ ਇਹ ਜਿਹੜੀ ਸਿੱਖਿਆ ਦਿੱਤੀ ਆ, ਆਪਣੇ ਗੁਰਦੇਵ ਤੋਂ ਉਲਟ ਕਰਤੱਬਾਂ ਦਾ ਤਿਆਗ ਕਰੇ। ਤੀਜਾ ਅੰਦਰ ਇਹ ਨਿਸ਼ਚਾ ਹੋਣਾ, ਗੁਰੂ ਮੇਰੀ ਹਰ ਔਖੀ ਜਗ੍ਹਾ ਤੇ ਜ਼ਰੂਰ ਸਹਾਇਤਾ ਕਰੇਗਾ। ਚੌਥਾ ਗੁਰੂ ਦੀ ਸਹਾਇਤਾ ਹੋਣ ਪਰ ਵੀ ਹਰ ਸਮੇਂ ਗੁਰੂ ਅੱਗੇ ਬੇਨਤੀਆਂ ਕਰੀ ਜਾਣਾ ਕਿ ਮੇਰੀ ਆਪ ਰੱਖਿਆ ਕਰੋ, ਰੱਖਿਆ ਕਰੋ। ਪੰਜਵਾਂ ਗੁਰੂ ਅੱਗੇ ਆਪਣਾ ਸਭ ਕੁਝ ਭੇਟਾ ਕਰ ਦੇਣਾ, ਭਾਵ ਸਰਬੰਸ ਅਰਪਣਾ। ਛੇਵਾਂ ਆਪਣੀ ਕਮਜ਼ੋਰੀ ਜ਼ਾਹਰ ਕਰਨੀ ਕਿ ਮੈਂ ਪਾਪੀ ਹਾਂ, ਅਪਰਾਧੀ ਹਾਂ, ਆਪਦੀ ਕੁਝ ਸੇਵਾ ਨਹੀਂ ਕਰ ਸਕਦਾ। ਆਪ ਆਪਣਾ ਸ਼ਰਨ ਪਾਲਕ ਗਰੀਬ ਨਵਾਜ ਬਿਰਧ ਸੰਭਾਲੋ। ਹਜ਼ੂਰ ਦੇ ਦੱਸੇ ਤਰੀਕੇ ਅਨੁਸਾਰ ਅਭਿਆਸ ਕਰਦਿਆਂ ਇਸ ਨੂੰ ਕਈ ਸਾਲ ਲੰਘ ਗਏ। ਹਰੇਕ ਜਗ੍ਹਾ ਦੀਵਾਨ ਸੁਣ ਜਾਂਦਾ। ਹਜ਼ੂਰ ਦੇ ਰਸੀਲੇ ਗਲੇ ਤੋਂ ਕੀਰਤਨ ਸੁਣ ਕੇ ਐਸੀ ਮਸਤੀ ਚੜ੍ਹਦੀ ਕਿ ਦੇਸ਼ ਕਾਲ ਭੁੱਲ ਜਾਂਦਾ। ਜਿਸ ਚੀਜ਼ ਦਾ ਧਿਆਨ ਧਰਦਾ ਸਾਰਿਆਂ ਵਿੱਚ ਉਹੋ ਹੀ ਗੁਰੂ ਨਾਨਕ ਸਾਹਿਬ ਦਾ ਜ਼ਹੂਰ ਦਿਸਦਾ। ਇੱਕ ਸਮੇਂ 1944 ਈਸਵੀ ਦੇ ਫਰਵਰੀ ਮਹੀਨੇ ਰੁੜਕੇ ਪਿੰਡ ਹਜ਼ੂਰ ਦੇ 10 ਦੀਵਾਨ ਸਜੇ। ਅੱਡੋ ਅੱਡੀ ਪ੍ਰੇਮੀਆਂ ਦੇ ਘਰ 5 ਅਖੰਡ ਪਾਠ ਕਰਨੇ ਸਨ। ਇਹ ਵੀ ਉੱਥੇ ਪੁੱਜਿਆ ਸੀ। ਉਂਝ ਵੀ ਇਹ ਉੱਥੇ ਸਰਦਾਰ ਧੰਨਾ ਸਿੰਘ ਦੀ ਲੜਕੀ ਪ੍ਰਤਾਪ ਕੌਰ ਨੂੰ ਵਿਆਹਿਆ ਹੋਇਆ ਸੀ, ਪਰ ਉੱਧਰ ਘਟ ਜਾਂਦਾ। ਸੰਤ ਜੀ ਮਹਾਰਾਜ ਦੇ ਪਰਮ ਪ੍ਰੀਤਵਾਨ ਸਰਦਾਰ ਸਰਦਾਰਾ ਸਿੰਘ ਦੇ ਘਰ ਠਹਿਰਦਾ। ਸਰਦਾਰ ਭਾਨ ਸਿੰਘ ਇਸ ਦੀ ਸੇਵਾ ਕਰਦਾ। ਸੰਤ ਜੀ ਮਹਾਰਾਜ ਦਾ ਪਿੰਡੋਂ ਬਾਹਰ ਖੂਹ ਤੇ ਤੰਬੂ ਲੱਗਿਆ ਸੀ। ਇਹ ਵੀ ਉੱਥੇ ਦੀਵਾਨ ਵਿੱਚ ਪੁੱਜਿਆ ਹੋਇਆ ਰੋਜ਼ ਕੀਰਤਨ ਸੁਣ ਕੇ ਆਨੰਦ ਮਾਣਦਾ। ਅੱਜ ਇਸ ਪੰਡਾਲ ਦਾ ਚੌਥਾ ਦੀਵਾਨ ਹੈ। ਸੰਤ ਜੀ ਮਹਾਰਾਜ ਦਿਨ ਦੇ ਪਿਛਲੇ ਪਹਿਰ ਕੀਰਤਨ ਕਰ ਰਹੇ ਹਨ। ਅਖੰਡ ਪਾਠਾਂ ਦੇ ਸਮੇਂ ਪਿੰਡਾਂ ਵਿੱਚ ਸਰਦੀਆਂ ਨੂੰ ਦਿਨੇ ਅਤੇ ਗਰਮੀਆਂ ਵਿੱਚ ਰਾਤ ਨੂੰ ਦੀਵਾਨ ਸਜਦੇ। ਸੰਗਰਾਂਦ ਤੇ ਪੂਰਨਮਾਸ਼ੀ ਨੂੰ ਅਸਥਾਨ ਤੇ ਹਮੇਸ਼ਾ ਰਾਤ ਨੂੰ ਹੀ ਸਜਦਾ। ਉਸ ਸਮੇਂ ਇਕਾਗਰ ਮਨ ਨਾਲ ਇਹ ਹਜ਼ੂਰ ਦੇ ਸਨਮੁਖ ਤੱਕਦਾ ਹੋਇਆ ਕੀਰਤਨ ਸੁਣ ਰਿਹਾ ਸੀ ਤਾਂ ਇੱਕ ਨਜ਼ਾਰਾ ਇਸ ਦੀ ਦ੍ਰਿਸ਼ਟੀ ਆਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਇੱਕਦਮ ਲਾਈਟ ਚਮਕੀ, ਜਿਸ ਨੂੰ ਦੇਖ ਕੇ ਇਸ ਦੀਆਂ ਅੱਖਾਂ ਝੁੰਧਿਆ ਗਈਆਂ। ਫਿਰ ਉਹੋ ਹੀ ਰੌਸ਼ਨੀ ਸੰਤ ਜੀ ਮਹਾਰਾਜ ਦੇ ਸੱਜੇ ਪਾਸੇ ਬਾਜੇ ਕੋਲ ਜਾ ਖੜੀ। ਸਹਿਜੇ ਸਹਿਜੇ ਉਸ ਵਿੱਚੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਸਰੂਪ ਦਾ ਆਕਾਰ, ਜਿਸ ਦਾ ਇਹ ਧਿਆਨ ਧਰਦਾ ਹੁੰਦਾ ਸੀ, ਬਣ ਗਿਆ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹ ਜੀ ਵਾਹ। ਪਹਿਲਾਂ ਉਹ ਸਰੂਪ ਪਾਸ ਖੜਾ ਸੀ, ਫਿਰ ਹੌਲੀ ਹੌਲੀ ਉਸ ਵਿੱਚ ਸੰਤ ਜੀ ਮਹਾਰਾਜ ਦਾ ਸਰੂਪ ਤੇ ਬਾਜਾ ਲੀਨ ਹੋਏ ਜਾਪੇ। ਬਾਕੀ ਉਹੋ ਹੀ ਗੁਰੂ ਨਾਨਕ ਦੇਵ ਜੀ ਦਾ ਆਕਾਰ ਰਹਿ ਗਿਆ। ਇਸ ਨੇ ਚੰਗੀ ਤਰ੍ਹਾਂ ਨੀਝ ਲਾ ਕੇ ਤੱਕਿਆ, ਨੇਤਰ ਮਲੇ, ਪਰ ਸਰੂਪ ਉਹੋ ਹੀ ਗੁਰੂ ਨਾਨਕ ਦੇਵ ਜੀ ਵਾਲਾ ਹੀ ਦਿਸੇ। ਕਾਹਲਾ ਪੈ ਕੇ ਨਾਲ ਦੇ ਸਾਥੀਆਂ ਨੂੰ ਜੋ ਪਾਸ ਬੈਠੇ ਸਨ ਪੁੱਛਿਆ, ਆਹ ਸਾਹਮਣੇ ਕੌਣ ਹੈ? ਇਹ ਸ਼ੀਤਲ ਰੌਸ਼ਨੀ ਕਿਸ ਚੀਜ਼ ਦੀ ਹੈ? ਉਹਨਾਂ ਨੇ ਕਿਹਾ, ਕੁਛ ਵੀ ਨਹੀਂ, ਸੰਤ ਹੀ ਕੀਰਤਨ ਕਰਦੇ ਹਨ, ਹੋਰ ਇੱਥੇ ਕੌਣ ਹੈ? ਇਸ ਨੇ ਸੋਚਿਆ ਕਿ ਮੈਂ ਸੁੱਤਾ ਪਿਆ ਹਾਂ। ਫਿਰ ਉਹ ਇੱਕਦਮ ਉੱਠ ਕੇ ਬਾਹਰ ਚਲਾ ਗਿਆ। ਨਾਲ ਹੀ ਨਲਕਾ ਸੀ, ਉਸ ਵਿੱਚੋਂ ਪਾਣੀ ਲੈ ਕੇ ਮੂੰਹ ਧੋਤਾ, ਨੇਤਰਾਂ ਨੂੰ ਛਿੱਟੇ ਮਾਰੇ। ਜਦੋਂ ਦੀਵਾਨ ਵਿੱਚ ਆਇਆ ਫਿਰ ਉਹੋ ਹੀ ਆਕਾਰ ਦਿਸੇ। ਇਉਂ ਇਹ 1 ਘੰਟਾ ਹਜ਼ੂਰੀ ਵਿੱਚ ਬੈਠਾ ਕੀਰਤਨ ਸੁਣਦਾ ਰਿਹਾ। ਫਿਰ ਉਸੇ ਤਰ੍ਹਾਂ ਉਹ
ਸਰੂਪ ਨਿਰੋਲ ਪ੍ਰਕਾਸ਼ ਦੇ ਰੂਪ ਵਿੱਚ ਬਦਲ ਗਿਆ। ਉਪਰੰਤ ਇਸ ਨੂੰ ਸੰਤਾਂ ਦਾ ਸਰੀਰ ਦ੍ਰਿਸ਼ਟੀ ਆਇਆ। ਇਹ 1 ਘੰਟਾ ਹਜ਼ੂਰੀ ਵਿੱਚ ਬੈਠਾ ਕੀਰਤਨ ਸੁਣਦਾ ਰਿਹਾ। ਫਿਰ ਉਸੇ ਤਰ੍ਹਾਂ ਉਹ ਸਰੂਪ ਨਿਰੋਲ ਪ੍ਰਕਾਸ਼ ਦੇ ਰੂਪ ਵਿੱਚ ਬਦਲ ਗਿਆ। ਉਪਰੰਤ ਇਸ ਨੂੰ ਸੰਤਾਂ ਦਾ ਸਰੀਰ ਦ੍ਰਿਸ਼ਟੀ ਆਇਆ। ਇਹ ਗੱਲ ਪਹਿਲੇ ਦਿਨ ਤਾਂ ਇਸ ਨੇ ਕਿਸੇ ਪਾਸ ਨਹੀਂ ਦੱਸੀ। ਦੂਸਰੇ ਦਿਨ ਫਿਰ ਦੀਵਾਨ ਦੇ ਸਮੇਂ ਪ੍ਰਕਾਸ਼ ਦੇਖਿਆ। ਤੀਸਰੇ ਦਿਨ ਫਿਰ ਦੀਦਾਰ ਹੋਇਆ। ਵਾਹ ਜੀ ਵਾਹ, ਵਾਹਿਗੁਰੂ ਵਾਹਿਗੁਰੂ। ਸੰਤ ਜੀ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਸਟੇਜ ਤੇ ਬੈਠ ਕੇ ਕੀਰਤਨ ਕਰਿਆ ਕਰਦੇ। ਅਖੀਰ ਨੂੰ ਇਸ ਨੇ ਹੈਰਾਨ ਹੋ ਕੇ ਸ਼ਾਮ ਨੂੰ ਹਜ਼ੂਰ ਦੇ ਪਾਵਨ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਜੀ ਇਹ ਕੀ ਕਾਰਨ ਹੈ, ਕੋਈ ਸਮਝ ਨਹੀਂ ਪੈਂਦੀ। ਉਹਨਾਂ ਨੇ ਉੱਤਰ ਦਿੱਤਾ, ਪ੍ਰੇਮੀਆਂ, ਸ਼ੁੱਧ ਹਿਰਦੇ ਵਾਲੇ ਨੂੰ ਜਿਹੀ ਉਹ ਭਾਵਨਾ ਕਰਦਾ ਹੈ, ਪਰਮੇਸ਼ਰ ਉਸੇ ਰੂਪ ਵਿੱਚ ਦਿਸਦਾ ਹੈ। ਤੁਸੀਂ ਦਿਨ ਦੇ ਸਮੇਂ ਸਤਿਗੁਰਾਂ ਦੇ ਚਿੱਤਰ ਤੱਕੇ ਸਮਾਧੀ ਵਿੱਚ ਬੈਠੇ ਉਹਨਾਂ ਦੇ ਸਰੂਪ ਦਾ ਧਿਆਨ ਧਰਿਆ, ਜਿਸ ਕਰਕੇ ਤੁਹਾਡੀ ਭਾਵਨਾ ਅਨੁਸਾਰ ਹੀ ਉਹਨਾਂ ਨੇ ਦਰਸ਼ਨ ਬਖਸ਼ਿਆ। ਭਾਵੋ ਹੀ ਬਿਦ ਤੇ ਦੇਵਾ। ਫਿਰ ਤਾਂ ਉਸ ਦੀ ਇਤਨੀ ਸ਼ਰਧਾ ਵੱਧ ਗਈ ਕਿ ਜਦੋਂ ਰਾਤ ਨੂੰ ਆਰਾਮ ਕਰਨਾ, ਕਰਮਸਰ ਦੀ ਪਾਵਨ ਧਰਤੀ ਵੱਲ ਸਿਰ ਕਰਕੇ ਸੌਣਾ ਕਿ ਇੱਧਰ ਮੇਰੇ ਮੁਰਸ਼ਿਦ ਦਾ ਸਥਾਨ ਹੈ। ਜਦੋਂ ਸ਼ਾਮ ਨੂੰ ਪਾਠ ਕਰਕੇ ਅਰਦਾਸ ਕਰਨੀ, ਕਰਮਸਰ ਵੱਲ ਸਿਰ ਝੁਕਾਉਣਾ ਕਿ ਮੇਰੇ ਇਹੋ ਹੀ ਮੱਕਾ ਹੈ, ਇਹੋ ਹੀ ਮਦੀਨਾ ਹੈ। ਉਸ ਦਿਨ ਤੋਂ ਬਾਅਦ ਹਜ਼ੂਰ ਨੇ ਚੰਗਾ ਅਧਿਕਾਰੀ ਜਾਣ ਕੇ ਸਾਰੇ ਦੁੱਖਾਂ ਦੀ ਪੂਰਨ ਨਿਵਰਤੀ ਵਾਲਾ ਪੂਰਨ ਗਿਆਨ ਯੋਗ ਦਾ ਉਪਦੇਸ਼ ਕੀਤਾ। ਵਾਹ ਵਾਹ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਿਹਾ ਕਿ ਇਸ ਜੀਵ ਨੂੰ ਸਾਰੇ ਦੁੱਖ ਦੇ ਅਧਿਆਸ ਕਰਕੇ ਹੀ ਹਨ। ਇਸ ਦੀ ਨਿਵਰਤੀ ਬ੍ਰਹਮ ਗਿਆਨ ਦੁਆਰਾ ਹੀ ਹੁੰਦੀ ਹੈ। ਉਪਰੰਤ ਸਰੂਪ ਦੇ ਗਿਆਨ ਬੋਧਕ ਉੱਤਮ ਮਹਾਵਾਕਾਂ ਦਾ ਉਪਦੇਸ਼ ਕੀਤਾ ਕਿ ਤੂੰ ਹੀ ਬ੍ਰਹਮ ਸਰੂਪ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਿ ਤੂੰ ਹੀ ਬ੍ਰਹਮ ਸਰੂਪ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਿ ਤੂੰ ਹੀ ਬ੍ਰਹਮ ਸਰੂਪ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਥਾ ਸੋ ਪ੍ਰਭ ਦੂਰ ਨਾਹੀਂ, ਪ੍ਰਭ ਤੂੰ ਹੈ, ਤੂੰ ਹੈ। ਜਥਾ ਸੋ ਪ੍ਰਭ ਦੂਰ ਨਾਹੀਂ, ਪ੍ਰਭ ਤੂੰ ਹੈ, ਤੂੰ ਹੈ, ਤੂੰ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। तथा तू ही मोही, मोही तू ही अंतर कैसा, कनक कटिक जल तरंग जैसा। उपरंत मेरा भरी दृष्टि पाई, उपरंत मेरा भरी दृष्टि पाई ते अज्ञान दे जंजीर तोड़ दिते। उस समय पूर्ण मस्ती विच आके झूमण लगा। फिर तां 8 पैरां दी समाधि ही बन गई। शरीर दे हुंदियां ही बदेह मुक्ति वाली अवस्था दा आनंद माणिया अते अंतां दे दिनां तों 1 महीना पहले सबरां नूं दस के 96 सालों की उम्र भोग के 11 अक्तूबर 1954 ईस्वी नूं सवेरे 2 बजे बदेह मोक्ष प्राप्त कर गया। वाहिगुरू जी का खालसा, वाहिगुरू जी की फतेह फतेह।